गुर का बचन बसै जी नाले, गुर का बचन बसै जी नाले। जल नहीं डूबै तस्कर नहीं लेवै, भाह न साकै जल। ਜਿਹਦੇ ਨਾਲ ਗੁਰੂ ਦਾ ਬਚਨ ਵਸਦਾ ਹੈ, ਭਾਵ ਜਿਹਦੇ ਹਿਰਦੇ ਵਿੱਚ ਗੁਰੂ ਦਾ ਵਚਨ ਵਸ ਜਾਂਦਾ ਹੈ, ਗੁਰੂ ਦਾ ਉਪਦੇਸ਼ ਮਨ ਵਿੱਚ ਧਾਰ ਕੇ ਜਿਹੜਾ ਕਮਾ ਲੈਂਦਾ ਹੈ, ਉਹਨੂੰ ਨਾ ਪਾਣੀ ਡੋਬ ਸਕਦਾ ਹੈ, ਨਾ ਉਹਨੂੰ ਅੱਗ ਸਾੜ ਸਕਦੀ ਹੈ, ਤੇ ਨਾ ਉਹਨੂੰ ਚੋਰੀ ਕੋਈ ਉਹਦੇ ਕਰ ਸਕਦਾ। ਕਿਵੇਂ? ਜੇ ਗੁਰੂ ਦਾ ਉਪਦੇਸ਼ ਹੈ ਕਿ ਤੂੰ ਸ਼ੁਭ ਕਰਮ ਕਰਨੇ ਨੇ, ਤੇ ਬਈ ਉਹ ਗੁਰੂ ਦੇ ਉਪਦੇਸ਼ ਨੂੰ, ਉਹ ਸ਼ੁਭ ਕਰਮਾਂ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਉਸ ਉਪਦੇਸ਼ ਨੂੰ, ਕਿਉਂਕਿ ਉਹ ਤੇ ਹਿਰਦੇ ਦੇ ਅੰਦਰ ਉਹ ਸੰਭਾਲੇ ਗਏ ਨੇ। ਤੇ ਫਿਰ ਉਹ ਉਪਦੇਸ਼ ਪਾਣੀ ਵਿੱਚ ਵੀ ਨਹੀਂ ਡੁੱਬ ਸਕਦਾ, ਉਸ ਉਪਦੇਸ਼ ਨੂੰ ਕੋਈ ਅੱਗ ਵਿੱਚ ਵੀ ਨਹੀਂ ਸਾੜ ਸਕਦਾ। ਸੋ ਸਾਧ ਸੰਗਤ ਜੀ, ਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਮੰਨਣਾ ਸ਼ੁਰੂ ਕਰੀਏ। ਤੇ ਗੁਰੂ ਦਾ ਉਪਦੇਸ਼ ਕੀ ਹੈ ਕਿ ਸ਼ੁਭ ਕਰਮ ਕਰ, ਹਰਿ ਕੋ ਨਾਮ ਜਪ ਨਿਰਮਲ ਕਰਮ। ਉਹ ਸ਼ੁਭ ਕਰਮ ਕਰਨੇ ਆਪਾਂ ਵੀ ਸ਼ੁਰੂ ਕਰੀਏ। ਜੇ ਆਪਾਂ ਗੁਰੂ ਦਾ ਬਚਨ ਮੰਨਾਂਗੇ ਤਾਂ ਫਿਰ ਸਤਿਗੁਰ ਹੋਏ ਦਿਆਲ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਾ ਕਬਹੂ ਚੋਰੀਏ। ਜੇ ਗੁਰੂ ਦਿਆਲ ਹੋ ਜਾਵੇ, ਭਾਵ ਗੁਰੂ ਪ੍ਰਸੰਨ ਹੋਵੇ, ਤੇ ਫਿਰ ਝੋਰਾ ਨਹੀਂ ਹੁੰਦਾ। ਤੇ ਗੁਰੂ ਪ੍ਰਸੰਨ ਕਿਵੇਂ ਹੁੰਦਾ ਹੈ? ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਦ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਸਿੱਖਾਂ ਨੇ ਆਪਣੇ ਕੰਨਾਂ ਨਾਲ ਗੁਰੂ ਦਾ ਉਪਦੇਸ਼ ਸੁਣਿਆ। ਉਹ ਉਪਦੇਸ਼ ਸੁਣ ਕੇ ਜਦੋਂ ਸਿੱਖਾਂ ਨੇ ਕਮਾਇਆ, ਤੇ ਫਿਰ ਗੁਰੂ ਦੀਆਂ ਖੁਸ਼ੀਆਂ ਹੋਈਆਂ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸਤਿਗੁਰੂ ਦਾ ਮਨ ਜਿਹੜੀ ਸੇਵਾ ਨੂੰ ਕੀਤਿਆਂ ਮੰਨੇ, ਭਾਵ ਉਹ ਸੇਵਾ ਤੋਂ ਮਤਲਬ ਸਿਰਫ ਹੱਥਾਂ ਨਾਲ ਕਰਨਾ ਹੀ ਨਹੀਂ, ਸੇਵਾ ਬੜੇ ਪ੍ਰਕਾਰ ਦੀ ਹੈ। ਉਹ ਸੇਵਾ ਕੀਤਿਆਂ ਜਿਸ ਸਤਿਗੁਰੂ ਦਾ ਜਦੋਂ ਮਨ ਮੰਨਦਾ, ਉਸ ਨਾਲ ਸਤਿਗੁਰੂ ਖੁਸ਼ ਹੁੰਦਾ। ਫਿਰ ਸਤਿਗੁਰੂ ਖੁਸ਼ੀਆਂ ਦੇਵੇ, ਤੇ ਫਿਰ ਕਿਸੇ ਚੀਜ਼ ਦੀ ਕੋਈ ਇੱਛਾ, ਹਰ ਇੱਛਾ ਪੂਰੀ ਹੁੰਦੀ ਹੈ, ਕੋਈ ਇੱਛਾ ਨਹੀਂ ਰਹਿ ਜਾਂਦੀ, ਸਭ ਇੱਛਾ ਪੂਰੀਆਂ ਹੁੰਦੀਆਂ ਨੇ। ਪਰ ਸਾਧ ਸੰਗਤ ਜੀ, ਆਪਾਂ ਆਪੋ ਆਪਣੇ ਅੰਦਰ ਝਾਤੀ ਮਾਰੀਏ ਕਿ ਆਪਾਂ ਗੁਰੂ ਦੇ ਉਪਦੇਸ਼ ਨੂੰ ਕਿੰਨਾ ਕੁ ਸੁਣਦੇ ਹਾਂ, ਕਿੰਨਾ ਕੁ ਮੰਨਦੇ ਹਾਂ, ਕਿ ਦੋ ਕੰਨਾਂ ਦਾ ਲਾਭ ਉਠਾਉਂਦੇ ਹਾਂ, ਇੱਕ ਕੰਨ ਥਾਣੀ ਪਾਇਆ ਤੇ ਦੂਜੇ ਥਾਣੀ ਕੱਢ ਦਿੱਤਾ। ਇੱਕ ਸੱਜਣ ਦਿੱਲੀ ਵਿੱਚ ਕਿਸੇ ਗੁਰਦੁਆਰੇ ਵਿੱਚ ਕੀਰਤਨ ਹਰ ਰੋਜ਼ ਕਰਦਾ ਸੀ। ਉਹ ਗੁਰਦੁਆਰੇ 'ਚ ਕੀਰਤਨ ਕਰਦਾ ਸੀ, ਤੇ ਹੁਣ ਗੁਰਦੁਆਰੇ ਦੇ ਵਿੱਚ ਜਦੋਂ ਕੀਰਤਨ ਕਰੀਏ, ਆਸਾਰੀ ਵਾਰ ਸਵੇਰੇ ਪੜ੍ਹਨੀ, ਤੇ ਆਸਾਰੀ ਵਾਰ ਦੇ ਵਿੱਚ ਆਉਂਦਾ ਮੰਦਾ ਕਿਸੇ ਨਾ ਆਖੀ ਹੈ, ਪੜ੍ਹ ਅੱਖਰ ਇਹੋ ਬੁਝੀ। ਆਸਾਰੀ ਵਾਰ 'ਚ ਇਹ ਵੀ ਆਉਂਦਾ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ। ਉਹ ਇਹੋ ਜਿਹੀਆਂ ਸਾਰੀਆਂ ਤੁਕਾਂ ਪੜ੍ਹ ਕੇ, ਅਰਦਾਸ ਕਰਕੇ ਸਾਲਾਂ ਬੱਧੀ ਪੜ੍ਹਦਾ ਰਿਹਾ। ਤੇ ਘਰ ਨੂੰ ਜਾ ਰਿਹਾ ਸੀ, ਤੇ ਰਾਜ ਮੋਬਾਈਲ ਤੇ ਆਪਣੇ ਘਰ ਵਾਲੀ ਨਾਲ ਲੱਗ ਪਿਆ। ਉਹਨੂੰ ਆਂਦਾ ਕੀ ਹੈ ਕਿ ਤੈਨੂੰ ਉਹ ਜਿਹੜਾ ਕੰਮ ਆਖਿਆ ਸੀ, ਉਹ ਮੇਰੇ ਆਉਂਦਿਆਂ ਨੂੰ ਕੀਤਾ ਹੋਣਾ ਚਾਹੀਦਾ। ਜੇ ਤੂੰ ਨਾ ਕੀਤਾ ਨਾ, ਤੇ ਦੋ ਚਾਰ ਗਾਲਾਂ ਮਾਵਾਂ ਭੈਣਾਂ ਦੀਆਂ ਕੱਢ ਕੇ ਤੇ ਉਹਨੂੰ ਆਂਦਾ ਕਿ ਆਉਂਦੇ ਹੀ ਤੇਰੇ ਜਿਹੜੇ ਗਿੱਟੇ ਗੋਡੇ ਤੇਰੇ ਭੰਨ ਦੇਣੇ। ਸੋ ਆਸਾ ਦੀ ਵਾਰ ਪੜ੍ਹਨ ਦਾ ਉਸ ਕੀਰਤਨੀਏ ਨੂੰ ਇੰਨਾ ਕੁ ਲਾਭ ਹੋਇਆ ਸੀ। ਇਹ ਉਹਦੇ ਤੇ ਉਂਗਲ ਚੁੱਕਣ ਦੀ ਲੋੜ ਨਹੀਂ, ਸਾਡਾ ਵੀ ਇਹੋ ਹੀ ਹਾਲ, ਕਿਉਂਕਿ ਅਸੀਂ ਗੁਰੂ ਉਪਦੇਸ਼ ਨੂੰ ਵਿਚਾਰਦੇ ਨਹੀਂ, ਉਹਨੂੰ ਆਪਾਂ ਮੰਨਦੇ ਨਹੀਂ। ਜੇ ਆਪਾਂ ਗੁਰੂ ਉਪਦੇਸ਼ ਨੂੰ ਸੁਣ ਕੇ, ਸਮਝ ਕੇ, ਵਿਚਾਰ ਕੇ ਉਹਨੂੰ ਆਪਾਂ ਸਹੀ ਰੂਪ ਦੇ ਵਿੱਚ ਆਪਣੇ ਜੀਵਨ ਵਿੱਚ ਧਾਰੀਏ,
ਤਾਂ ਸੱਚੀ ਮੁੱਚੀ ਸਾਡਾ ਜੀਵਨ ਸੁਖੀ ਹੋ ਜਾਵੇਗਾ। ਕਰਕੇ ਵੇਖੋ, ਜੇ ਕੋਈ ਘਾਟਾ ਪਏਗਾ ਤਾਂ ਮੇਰੇ ਤੋਂ ਲੈ ਲੈ, ਸਾਹਮਣੇ ਬੈਠਾ ਤੁਹਾਡੇ, ਕਰਕੇ ਵੇਖੋ। ਗੁਰੂ ਦਾ ਉਪਦੇਸ਼ ਕੀ ਹੈ? ਇੱਕ ਫਿੱਕਾ ਨਾ ਗੱਲ ਆਏ, ਸਭਨਾ ਮੈਂ ਸੱਚਾ ਤਾਂ ਨਹੀਂ। ਸਾਰਿਆਂ ਦੇ ਵਿੱਚ ਪ੍ਰਭੂ ਵਸਦਾ ਹੈ, ਕਿਸੇ ਨੂੰ ਫਿੱਕਾ ਨਾ ਬੋਲ। ਆਪਾਂ ਫਿੱਕਾ ਬੋਲਣੋਂ ਹਟਦੇ ਹੀ ਨਹੀਂ। ਫਿਰ ਅਸੀਂ ਆਨੇ ਆ ਮੇਰੀ ਮੰਗ ਨਹੀਂ ਗੁਰੂ ਨੇ ਮੰਨੀ, ਮੈਨੂੰ ਪੁੱਤ ਨਹੀਂ ਦਿੱਤਾ, ਮੈਨੂੰ ਕਾਰ ਨਹੀਂ ਦਿੱਤੀ। ਮਿੱਠਾ ਬੋਲਣ ਤੇ ਜ਼ੋਰ ਨਹੀਂ ਲੱਗਦਾ। सो साध संगत जी, गुरु का बचन ने गुरु के चरनी लग्या काल कलेश मिटाए सतगुर। कलेश मिट जाते ने साडे, पक्की गल है। ते आपां अपने परिवार चों कलेश मिटाइए। कलेश मिटा के वेखो किन्ना सुखपूर्वक जीवन हुंदा। कलेश मिटाउण लई गुरु दा उपदेश धारण करन दी लोड़ है। गुरु उपदेश दे विच बहुत कुछ है। गुरु की किरपा नाल फिर की हुंदा है? गुरबाणी विच सच्चे पातशाह लिखदे ने, गुर कै बचन सुन रसन वखाणी, फिर गुर किरपा ते अमृत मेरी बाणी। गुर किरपा ते अमृत मेरी बाणी, मेरे बचन, मेरी भाषा जिहड़ी सी गुरु की किरपा नाल वो भी मिठी हो गई। अमृत तो भाव मिठे तो है। इत्थे अमृत जिहड़ा पंज सिंह तैयार करते हैं उहदे तो भाव नहीं, इत्थे भाव मिठे तो है। क्योंकि इक्को ही शब्द दे वक्खो वखरे वाक दे विच वक्खो वखरे समय अनुसार वक्खो वखरे अर्थ हुंदे ने। तो साध संगत जी, आपां भी अपनी बाणी नूं मिठा करिए। मैं आप जी नूं कुछ बेनतियां अगे पिछले कुछ दिनों विच करदा पिया परिवारक जीवन सुखी करन वास्ते। अज एक होर बेनती आप जी नूं करन लगा। मेरी बेनती नूं अपने अंदर थां दिओ, उहदे ते कुछ काम करके वेखो ते वेखो गुरु किवें आप जी ते खुशियां करदा। साध संगत जी, आप जी ने गुरबाणी विच सुनिया है ना कि उत्थे सतगुरु दे वास्ते लिखिया है, बिन बोलत मेरी बिरथा जानी। बिना बोले तो मेरे मन दी कोई जिहड़ी इच्छा सी जां कोई दुख भरी विथया सी, वो मेरे सतगुरु ने समझ ली। बिन बोलत मेरी बिरथा जानी। इस करके जदों ये हुंदा ना ते फिर प्रभ मेरा अंतरजामी जान, अंदर दियां बुझण वाला उहनूं मन के बड़ी पक्की फिर शरधा बजदी। चलो आपां अंतरजामी तां हुंदियां बड़ी देर लगदी है, समां लगदा है। जे प्रभु दा रूप होईए ते असीं भी अंतरजामी हो सकदे हां, पर आपां बाहर जामी हो जाइए। बहुत चंगियां मावां ਜਿਹੜੀਆਂ ਨੇ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੇਰੇ ਬੱਚੇ ਨੂੰ ਕੀ ਤਕਲੀਫ ਹੋ ਰਹੀ ਹੈ ਇਸ ਵੇਲੇ, ਮੇਰੇ ਬੱਚੇ ਨੂੰ ਕਦੋਂ ਭੁੱਖ ਲੱਗ ਪਈ ਹੈ, ਹੁਣ ਮੇਰੇ ਬੱਚੇ ਨੂੰ ਕਿਸ ਚੀਜ਼ ਦੀ ਲੋੜ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਉਹ ਕਿਉਂ ਪਤਾ ਲੱਗਦਾ? ਕਿਉਂਕਿ ਉਹ ਧਿਆਨ ਕੇਂਦਰਿਤ ਕਰਦੀਆਂ ਨੇ ਉੱਥੇ ਤੇ ਸਮਝਣ ਦਾ ਯਤਨ ਕਰਦੀਆਂ ਨੇ ਕਿ ਮੇਰੇ ਬੱਚੇ ਦਾ ਸਰੀਰ, ਚਿਹਰਾ ਕੀ ਮੈਨੂੰ ਦਿਸ ਰਿਹਾ ਤੇ ਉਹਦੇ ਤੋਂ ਮੈਂ ਕੀ ਅਰਥ ਕੱਢਣੇ ਨੇ। ਕਈ ਵਾਰੀ ਉਹ ਚੇਤ ਮਨ 'ਚ ਇਹ ਕੁਛ ਕਰਦੀਆਂ ਨੇ, ਕਈ ਵਾਰੀ ਅਚੇਤ ਮਨ ਵਿੱਚ ਹੀ ਇਹ ਕਰੀ ਜਾਂਦੀਆਂ ਨੇ। ਸੋ ਜੇ ਆਪ ਜੀ ਵੀ ਕਰੋਗੇ ਤੇ ਆਪ ਜੀ ਚੇਤ ਮਨ 'ਚ ਕਰੋ, ਹੌਲੀ ਹੌਲੀ ਅਰਧ ਚੇਤ ਜਾਏਗਾ, ਫਿਰ ਅਚੇਤ ਵਿੱਚ ਚਲੇ ਜਾਏਗਾ। ਤੋ ਆਪ ਜੀ ਅੱਜ ਮੇਰੀ ਬੇਨਤੀ ਨੂੰ ਉਚੇਚਾ ਧਿਆਨ ਦਿਓ ਕਿ ਆਪਣੇ ਪਰਿਵਾਰ ਦੇ 4-5 ਜੀਆਂ ਦਾ ਸੁਭਾਅ ਸਮਝਣਾ ਸ਼ੁਰੂ ਕਰੋ। ਆਪਾਂ ਪਰਿਵਾਰਕ ਜੀਵਨ ਸੁਖੀ ਕਰਨਾ।
ਆਪਣੇ ਪਰਿਵਾਰ ਦੇ 4-5 ਜੀਆਂ ਦਾ ਸੁਭਾਅ ਸਮਝਣਾ ਸ਼ੁਰੂ ਕਰੋ। ਕਿਵੇਂ? ਮੇਰੇ ਪਤੀ ਨੂੰ, ਮੇਰੇ ਪਤਨੀ ਨੂੰ, ਮੇਰੇ ਬੱਚੇ ਨੂੰ, ਮੇਰੇ ਪਿਤਾ ਜੀ ਨੂੰ, ਭੈਣ ਜੀ ਨੂੰ, ਭਰਾ ਜੀ ਨੂੰ, ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਚੰਗੀ ਲੱਗਦੀ ਹੈ। ਭੋਜਨ ਤੋਂ ਸ਼ੁਰੂ ਹੋ ਜਾਈਏ। ਕਿਸੇ ਨੂੰ ਜਲੇਬੀਆਂ ਚੰਗੀਆਂ ਲੱਗਦੀਆਂ, ਕਿਸੇ ਨੂੰ ਪਕੌੜੇ, ਕਿਸੇ ਨੂੰ ਮਿਰਚਾਂ ਵਾਲੀ ਦਾਲ ਸਬਜ਼ੀ, ਕਿਸੇ ਨੂੰ ਠੰਡੀ ਕੁਲਫੀ, ਕਿਸੇ ਨੂੰ ਰਸਗੁੱਲੇ, ਗੁਲਾਬ ਜਾਮਣ। ਮੈਨੂੰ ਢੋਕਲਾ ਜਿਵੇਂ ਚੰਗਾ ਲੱਗਦਾ ਹੁੰਦਾ ਸੀ, ਹੁਣ ਮਾਫਕ ਨਹੀਂ ਆਉਂਦਾ। ਤੇ ਜਲੇਬੀਆਂ ਬੜੀਆਂ ਪਸੰਦ ਨੇ, ਪਰ ਉਹ ਵੀ ਖਾਣੀਆਂ ਨਹੀਂ ਹੁੰਦੀਆਂ, ਮਾਫਕ ਨਹੀਂ ਆਉਂਦੀਆਂ। ਸੋ ਇਸ ਤਰ੍ਹਾਂ ਹੀ ਚਲੋ, ਮਾਫਕ ਜਿਹੜੀ ਚੀਜ਼ ਨਾ ਆਵੇ ਇੱਕ ਵੱਖਰੀ ਗੱਲ ਹੈ, ਉਹ ਨਾ ਦਿਓ ਜੇ ਕਿਸੇ ਨੂੰ ਬਿਮਾਰ ਕਰਨ ਲਈ। ਪਰ ਭਾਵ ਇਹ ਹੈਗਾ ਕਿ ਇੱਕ ਸੂਚੀ ਲਿਖ ਕੇ ਬਣਾਓ ਕਿ ਮੇਰੇ ਪਰਿਵਾਰ ਦੇ ਜੀਆਂ ਨੂੰ ਕਿਹੜੀ ਕਿਹੜੀ ਚੀਜ਼ ਪਸੰਦ ਹੈ, ਕਿਹੜੀ ਚੀਜ਼ ਖਾਣ ਦੇ ਵਿੱਚ, ਭੋਜਨ 'ਚ ਕਿਹੜੀ ਪਸੰਦ ਹੈ, ਉਹਨਾਂ ਨੂੰ ਕੱਪੜੇ ਕਿਸ ਤਰ੍ਹਾਂ ਦੇ ਪਸੰਦ ਨੇ। ਭੈਣ ਨੂੰ, ਘਰਵਾਲੀ ਨੂੰ, ਮਾਂ ਨੂੰ ਫੁੱਲਾਂ ਵਾਲੇ ਪਸੰਦ ਨੇ ਕਿ ਸਾਦੇ ਰੰਗਦਾਰ ਕਿ ਚਿੱਟੇ। ਇਸੇ ਤਰ੍ਹਾਂ ਉਹਨਾਂ ਨੂੰ ਕਿਹੜੀ ਤਰ੍ਹਾਂ ਦੇ ਗੀਤ ਪਸੰਦ ਨੇ, ਕਿਹੜੀ ਤਰ੍ਹਾਂ ਦੀਆਂ ਗੱਲਾਂ ਪਸੰਦ ਨੇ। ਕਿਉਂਕਿ ਸਾਡੀ ਆਦਤ ਇੱਕ ਵਿਸ਼ੇਸ਼ ਕਾਰਨਾਂ ਕਰਕੇ ਵਿਸ਼ੇਸ਼ ਪ੍ਰਕਾਰ ਦੀ ਬਣ ਜਾਂਦੀ ਹੈ। ਉਹਨਾਂ ਵਿਸ਼ੇਸ਼ ਪ੍ਰਕਾਰਾਂ ਦੇ ਵਿੱਚ ਸਾਡੀ ਇੱਕ ਆਦਤ ਗੱਲਾਂ ਦੀ ਵੀ ਉਚੇਚੀ ਬਣ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਨਾ ਕਿ ਦੁਖਿਆਰੇ ਮਿਲ ਦੁਖਿਆਰਿਆਂ ਦੁੱਖ ਰਵੰਦੇ। ਜਿਨ੍ਹਾਂ ਨੂੰ ਦੁਖੀ ਰਹਿਣ ਦੀ ਇੱਕ ਆਦਤ ਬਣ ਗਈ ਹੁੰਦੀ ਹੈ, ਜਾਂ ਕਿਸੇ ਸਮੇਂ ਮਨ ਦੁਖੀ ਹੋਇਆ ਹੁੰਦਾ, ਤੇ ਜਦੋਂ ਦੂਸਰਾ ਦੁਖੀ ਉਹਨਾਂ ਨਾਲ ਆ ਕੇ ਦੁੱਖ ਫੋਲਦਾ, ਤੇ ਬੜੇ ਚਾਅ ਨਾਲ ਫਿਰ ਦੋਵੇਂ ਜਣੇ ਆਪੋ ਆਪਣੇ ਮਨ ਫੋਲ ਕੇ ਤੇ ਇੱਕ ਦੂਜੇ ਨਾਲ ਆਪਣੇ ਢਿੱਡ ਦੀਆਂ ਗੱਲਾਂ ਕਰਦੇ ਨੇ। ਸੋ ਇਸੇ ਤਰ੍ਹਾਂ ਸਾਡੇ ਪਰਿਵਾਰ ਵਿੱਚ ਵੀ ਹਰ ਜੀਅ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦੀਆਂ ਗੱਲਾਂ ਸੁਣਨ ਤੇ ਕਰਨ ਦਾ ਉਹਨਾਂ ਦਾ ਸੁਭਾਅ ਬਣ ਚੁੱਕਿਆ ਹੁੰਦਾ, ਆਦਤ ਬਣ ਗਈ ਹੁੰਦੀ ਹੈ। ਉਹ ਵੀ ਲਿਖੋ ਕਿ ਮੇਰੇ ਪਰਿਵਾਰ ਦੇ ਕਿਹੜੇ ਕਿਹੜੇ ਜੀਅ ਨੂੰ ਕਿਹੋ ਜਿਹੀਆਂ ਗੱਲਾਂ ਕਰਨ ਦੀ ਆਦਤ ਹੈ। ਦਾਲ ਸਬਜ਼ੀ ਦੇ ਬਾਰੇ ਵੀ ਕਿਹੋ ਜਿਹੀ ਕਿਹੜੀ ਰਿੰਨੀ ਹੈ, ਸੂਟਾਂ ਬਾਰੇ, ਗਹਿਣਿਆਂ ਬਾਰੇ, ਗੁਆਂਢੀਆਂ ਦੀ ਚੁਗਲੀ ਕਰਨ ਬਾਰੇ, ਜਾਂ ਰਾਜਨੀਤੀ ਬਾਰੇ, ਜਾਂ ਸਿੱਖ ਪੰਥ ਬਾਰੇ, ਜਾਂ ਫਿਲਮਾਂ ਜਾਂ ਸੀਰੀਅਲ ਦੇ ਉੱਤੇ ਕੋਈ ਆਲੋਚਨਾ ਕਰਨ ਬਾਰੇ, ਜਾਂ ਆਪਣਾ ਜੀਵਨ ਉੱਚਾ। ਇਸ ਤਰ੍ਹਾਂ ਵੱਖੋ ਵੱਖਰੇ ਕਈ ਵਿਸ਼ੇ ਹੁੰਦੇ ਨੇ, ਸਿਰਫ ਇੱਕੋ ਹੀ ਨਹੀਂ ਹੁੰਦਾ। ਕਈ ਤਰ੍ਹਾਂ ਦੀਆਂ ਗੱਲਾਂ ਸੁਣ ਪੜ੍ਹ ਕੇ ਉਹ ਖੁਸ਼ ਹੁੰਦੇ ਨੇ। ਇਸੇ ਤਰ੍ਹਾਂ ਇਹ ਵੀ ਧਿਆਨ ਕਰੋ ਕਿ ਮੇਰੇ ਪਰਿਵਾਰ ਦਾ ਕਿਹੜਾ ਜੀਅ ਘਰ ਦੇ ਵਿੱਚ ਸਾਫ਼ ਸਫਾਈ ਰੱਖ ਕੇ ਖੁਸ਼ ਹੈ ਤੇ ਕਿਹੜਾ ਨਹੀਂ ਰੱਖ ਕੇ ਖੁਸ਼, ਜਾਂ ਖਲਾਰਾ ਪਿਆ ਤੇ ਪਿਆ ਹੀ ਹੈ, ਸਮੇਟ ਕੇ ਨਹੀਂ ਖੁਸ਼ ਹੈਗਾ। ਇਹ ਵੀ ਇੱਕ ਬੜੀ ਵੱਖਰੀ ਤਰ੍ਹਾਂ ਦੀ ਇੱਕ ਆਦਤ ਸਭ ਦੀ ਹੁੰਦੀ ਹੈ। ਕਿਉਂਕਿ ਇੱਕ ਸੋਚ ਤੇ ਹੁੰਦੀ ਹੈ ਨਾ ਕਿ ਬਿਸਤਰਾ ਜਿਹੜਾ ਹੈ ਉਹਨੂੰ ਸਾਰੇ ਨੂੰ ਕੰਬਲ ਚਾਦਰਾਂ ਨੂੰ ਤੈਅ ਕਰਨ ਦੀ ਕੀ ਲੋੜ ਹੈ, ਮੁੜ ਕੇ ਵੀ ਤੇ ਆ ਕੇ ਸੌਣਾ ਹੀ ਹੈ ਨਾ। ਗੱਲ ਤੇ ਗਲਤ ਨਹੀਂ ਹੈਗੀ, ਗੱਲ ਤੇ ਉਹ ਵੀ ਠੀਕ ਹੈ। ਇੱਕ ਕਿਸੇ ਮਨੁੱਖ ਨੂੰ ਦੂਸਰੇ ਮਨੁੱਖ ਨੇ ਆਖਿਆ ਕਿ ਭਾਈ ਤੂੰ ਟੱਟੀ ਵਿੱਚ ਗਿਆ ਸਾਂ ਤੇ ਉੱਥੇ ਪਿਸ਼ਾਬ ਕਰਕੇ ਆਇਆ ਤੇ ਪਾਣੀ ਡੋਲ ਦੇ। ਉਹਦਾ ਅੱਗੋਂ ਉੱਤਰ ਸੀ ਕਿ ਪਾਣੀ ਡੋਲਣ ਦੀ ਕੀ ਲੋੜ ਹੈ, ਮੁਸ਼ਕ ਵਾਲੇ ਥਾਂ ਤੋਂ ਤਾਂ ਮੁਸ਼ਕ ਹੀ ਆਉਣੀ ਹੈ। ਉੱਤਰ ਉਹਦਾ ਵੀ ਠੀਕ ਹੈ, ਪਰ ਉਹਦੇ ਉੱਤਰ ਦਾ ਪ੍ਰਤੀ ਉੱਤਰ ਇਹ ਹੈ ਕਿ ਜਦੋਂ ਜੇ ਉੱਥੇ ਆਪਾਂ ਪਾਣੀ ਡੋਲਿਆ ਹੋਏਗਾ ਤਾਂ ਜਿੰਨਾ ਚਿਰ ਆਪਾਂ ਨੂੰ ਬਹਿਣਾ ਪਏਗਾ ਪਿਸ਼ਾਬ ਕਰਨ ਲਈ, ਉਨਾ ਚਿਰ ਆਪਾਂ ਨੂੰ ਮੁਸ਼ਕ ਨਹੀਂ ਆਏਗੀ, ਜਾਂ ਬਹੁਤ ਘੱਟ ਆਏਗੀ, ਆਪਾਂ ਨੂੰ ਔਖ ਨਹੀਂ ਹੋਏਗੀ। ਸੋ ਪਰ ਮੇਰਾ ਗੱਲ ਕਰਨ ਦਾ ਸੁਭਾਅ, ਦੱਸਣ ਦਾ ਭਾਵ ਇਹ ਹੈਗਾ ਕਿ ਇਹ ਵੱਖਰੇ ਵੱਖਰੇ ਤਰ੍ਹਾਂ ਦੇ ਸਭ ਦੇ ਸੁਭਾਅ ਹੁੰਦੇ ਨੇ। ਉਹ ਸਾਰੇ ਸੁਭਾਅ ਨੂੰ ਆਪਾਂ ਸਮਝੀਏ, ਆਪਣੇ ਪਰਿਵਾਰ ਦੇ ਜੀਆਂ ਦੇ ਸੁਭਾਅ ਨੂੰ ਸਮਝੋ ਤੇ ਲਿਖੋ ਕਾਗਜ਼ ਤੇ, ਸੰਗ ਨਾ ਕਰੋ, ਆਪਣੇ ਮੋਬਾਈਲ 'ਚ ਵੀ ਲਿਖੀ ਜਾਓ। ਤੇ ਫਿਰ ਆਪਣੇ ਸੁਭਾਅ ਨੂੰ ਵੀ ਕੁਝ ਸਮਝੋ। ਜੇ ਆਪ ਨੂੰ ਨਹੀਂ ਸਮਝ ਆਉਂਦੀ ਤੇ ਆਪਣੇ ਬਾਕੀ ਦੇ ਜੀਆਂ ਨੂੰ ਪੁੱਛ ਲਓ ਕਿ ਮੇਰਾ ਸੁਭਾਅ ਕੀ ਹੈ। ਬੜੀ ਔਖੀ ਗੱਲ ਹੈ ਵੈਸੇ, ਪਰ ਕੁਛ ਨਾ ਕੁਛ ਤੇ ਪਤਾ ਲੱਗੇਗਾ ਹੀ ਨਾ। ਫਿਰ ਜਦੋਂ ਆਪਾਂ ਨੂੰ ਆਪਣੇ ਪਰਿਵਾਰ ਦੇ ਜੀਆਂ ਦਾ ਸੁਭਾਅ ਸਾਨੂੰ ਪਤਾ ਲੱਗ ਜਾਏਗਾ, ਫਿਰ ਆਪਾਂ ਉਹਦੇ ਅਨੁਸਾਰ
कुछ हद तक किरिया करनी शुरू करिए, कोई काम उहदे मुताबक करिए, उहदे नाल ਉਹ ਪ੍ਰਸੰਨ ਹੋਣੇ ਸ਼ੁਰੂ ਹੋ ਜਾਣਗੇ। ਉਹ ਪ੍ਰਸੰਨ ਹੋਣੇ ਸ਼ੁਰੂ ਹੋ ਜਾਣਗੇ ਤੇ ਘਰ ਦਾ ਕਲੇਸ਼ ਮਿਟ ਜਾਏ। ਬੜੀ ਸੌਖੀ ਜੀ ਗੱਲ ਹੈ, ਪਰ ਬੜੀ ਔਖੀ ਗੱਲ ਹੈ, ਕਿਉਂਕਿ ਇੱਕ ਨਵਾਂ ਕੰਮ ਕਰਨਾ ਨਾ, ਨਵੀਂ ਲੀਹ ਪਾਉਣ ਲੱਗਿਆ। ਤੁਹਾਨੂੰ ਪਤਾ ਹੈ ਕਿ ਨਵੇਂ ਖੇਤਾਂ ਦੇ ਵਿੱਚ ਜਦੋਂ ਲੀਹ ਪਾਈਏ, ਕਦੀ ਟਿੱਬਿਆਂ ਦੇ ਵਿੱਚ ਗੱਡੇ ਫਸ ਜਾਂਦੇ ਨੇ ਤੇ ਕਦੀ ਮਸਤਾਨਗੜ੍ਹ ਦੀ ਚੀਕਣੀ ਮਿੱਟੀ ਦੇ ਵਿੱਚ ਫਸ ਕੇ ਉੱਥੇ ਚੂਲੇ ਗੱਡਿਆਂ ਦੇ ਟੁੱਟ ਜਾਂਦੇ ਨੇ, ਡੰਗਰ ਵਿੱਚ ਫਸ ਜਾਂਦੇ ਨੇ, ਟਰਾਲੀਆਂ ਟੁੱਟ ਜਾਂਦੀਆਂ, ਖੁੱਭ ਜਾਂਦੀਆਂ, ਬੜੀ ਮੁਸ਼ਕਿਲਾਂ ਹੁੰਦੀਆਂ ਨੇ। ਪਰ ਆਪਣੇ ਆਪ ਨੂੰ ਵੀ ਇੱਕ ਨਵੀਂ ਆਦਤ ਪਾਉਣ ਲੱਗਿਆ ਵਾਹਵਾ ਔਖ ਹੁੰਦੀ ਹੈ। ਪਰ ਜੇ ਇੱਕ ਵਾਰੀ ਪਾ ਲਓਗੇ, ਥੋੜ੍ਹੇ ਦਿਨ ਹੀ ਅਭਿਆਸ ਕਰੋਗੇ, ਫਿਰ ਹਰ ਰੋਜ਼ ਥੋੜ੍ਹਾ ਥੋੜ੍ਹਾ ਕਰਦੇ ਰਹੋਗੇ, ਉਹਦੇ ਨਾਲ ਪੱਕੀ ਗੱਲ ਹੈ ਲਾਭ ਹੋਵੇਗਾ ਹੀ ਹੋਵੇਗਾ, ਨੁਕਸਾਨ ਕੋਈ ਨਹੀਂ ਹੋਣਾ। ਇਹ ਉਹ ਕੰਮ ਹੈ ਕਿ ਜਿਹੜਾ ਕੀਤਿਆਂ ਔਰ ਬਿਨਾਂ ਪੁੱਛੇ ਤੋਂ ਕੀਤਿਆਂ ਆਪ ਜੀ ਨੂੰ ਅਤਿਅੰਤ ਖੁਸ਼ੀਆਂ ਆਪਣੇ ਪਰਿਵਾਰ ਚੋਂ ਮਿਲ ਸਕਦੀਆਂ ਨੇ। ਫਰਜ਼ ਕਰੋ ਜੇ ਤੁਸੀਂ ਬੁੱਝ ਲੈਂਦੇ ਹੋ ਕਿ ਮੇਰੇ ਪਿਤਾ ਜੀ ਨੇ ਜਲੇਬੀਆਂ ਚੰਗੀਆਂ ਲੱਗਦੀਆਂ ਨੇ ਉਹਨਾਂ ਨੂੰ, ਤੇ ਤੁਸੀਂ ਬਿਨਾਂ ਉਹਨਾਂ ਦੇ ਆਖੇ ਤੋਂ ਜੇ ਜਲੇਬੀਆਂ ਲਿਆ ਕੇ ਦਿਓਗੇ ਤੇ ਕਿੰਨੀਆਂ ਖੁਸ਼ੀਆਂ ਮਿਲਣਗੀਆਂ। ਨੰਬਰ 2 ਤੇ ਜੇ ਉਹ ਆਖਣ ਕੇ ਕਾਕਾ ਮੈਨੂੰ ਲਿਆ ਕੇ ਦੇ, ਤੇ ਫਿਰ ਉਹ ਦੂਸਰੀ ਗੱਲ ਹੈ। ਜੇ ਉਹ ਆਖਣ ਹੀ ਨਾ ਤੇ ਬਿਨਾਂ ਆਖੇ ਤੋਂ ਆਪਾਂ ਉਹਨਾਂ ਦੇ ਮਨ ਦੀ ਇੱਛਾ ਪੂਰੀ ਕਰੀਏ, ਤੇ ਫਿਰ ਬਿਨ ਬੋਲਤ ਬਿਰਥਾ ਜਾਨੀ ਵਾਲੀ ਗੱਲ ਹੋ ਗਈ ਨਾ। ਜੇ ਅੰਤਰਜਾਮੀ ਨਹੀਂ ਤੇ ਅੰਤਰ ਪਜਾਮੀ ਤਾਂ ਆਪਾਂ ਹੋ ਗਏ ਨਾ। ਸੋ ਪਿਆਰਿਓ, ਤੁਸੀਂ ਇਹ ਕਰਕੇ ਵੇਖੋ ਤੇ ਇਸੇ ਤਰ੍ਹਾਂ ਆਪਣਾ ਸੁਭਾਅ ਬਾਰੇ ਵੀ ਜਾਣੀਏ। ਜਦੋਂ ਆਪਾਂ ਆਪਣੇ ਸੁਭਾਅ ਬਾਰੇ ਜਾਣਾਂਗੇ, ਆਪਣੇ ਸੁਭਾਅ ਬਾਰੇ ਜਾਣ ਕੇ ਆਪਣੇ ਸੁਭਾਅ ਦੇ ਵਿੱਚੋਂ ਕੁਛ ਮਾੜੀਆਂ ਆਦਤਾਂ ਛੱਡਣੀਆਂ ਨੇ ਤੇ ਚੰਗੀਆਂ ਗ੍ਰਹਿਣ ਕਰਨੀਆਂ ਨੇ। ਇੱਥੇ ਇੱਕ ਹੋਰ ਵੀ ਗੱਲ ਧਿਆਨ 'ਚ ਰੱਖਣ ਵਾਲੀ ਹੈ ਕਿ ਪਰਿਵਾਰ ਦੇ ਜੀਆਂ ਦੇ ਸੁਭਾਅ ਦਾ ਜੇ ਸਾਨੂੰ ਪਤਾ ਲੱਗ ਹੀ ਗਿਆ ਕਿ ਉਹਨਾਂ ਦਾ ਸੁਭਾਅ ਆ ਹੈ, ਤੇ ਉਹਦੇ ਵਿੱਚ ਕਈ ਚੀਜ਼ਾਂ ਉਹਨਾਂ ਦੇ ਸੁਭਾਅ ਦੇ ਵਿੱਚ ਕਈ ਕੰਮ ਉਹ ਹੁੰਦੇ ਨੇ ਜਿਹੜੇ ਪਰਿਵਾਰ ਵਾਸਤੇ ਨੁਕਸਾਨਦੇਹ ਹੁੰਦੇ ਨੇ, ਜਾਂ ਉਹਨਾਂ ਦੇ ਆਪਣੇ ਸਰੀਰ ਲਈ ਵੀ ਉਹ ਨੁਕਸਾਨਦੇਹ ਹੁੰਦੇ ਨੇ। ਬਹੁਤੀ ਖੰਡ ਖਾਣੀ, ਤਲੀਆਂ ਚੀਜ਼ਾਂ ਖਾਣੀਆਂ ਆਦਿ, ਜੇ ਉਹਨਾਂ ਦੀ ਉਸ ਚੀਜ਼ ਦੀ ਵੀ ਇੱਛਾ ਹੁੰਦੀ ਹੋਵੇ ਤਾਂ ਆਪਾਂ ਆਪਣੀ ਖੁਸ਼ੀ ਵਾਸਤੇ ਉਹਨਾਂ ਦਾ ਜੀਵਨ ਵੀ ਨਹੀਂ ਖਰਾਬ ਕਰਨਾ, ਉਹਨਾਂ ਨੂੰ ਰੋਗੀ ਨਹੀਂ ਕਰਨਾ। ਪਰ ਇਹ ਹੈਗਾ ਕਿ ਉਹਨਾਂ ਨੂੰ ਆਖਣਾ, ਪਿਤਾ ਜੀ ਨਹੀਂ, ਤੁਸੀਂ 5 ਕਰੇਲੇ ਨਹੀਂ ਛਕਣੇ, ਆ ਲਓ ਅੱਧਾ ਕੁ ਕਰੇਲਾ ਥੋੜ੍ਹਾ ਜਿਹਾ ਛਕ ਲਓ, ਆਪਣਾ ਸਵਾਦ ਪੂਰਾ ਕਰ ਲਓ, ਬਾਕੀ ਦੀ ਤਲੀ ਚੀਜ਼ ਮਸਾਲੇ ਵਾਲੀਆਂ ਨਹੀਂ ਆਪਾਂ ਖਾਣੀਆਂ। ਉਹਦੇ ਨਾਲ ਦੋਵੇਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ। ਸਾਰੀਆਂ ਗੱਲਾਂ ਤੇ ਨਾ ਕਿਸੇ ਦੀਆਂ ਮੰਨੀਆਂ ਜਾ ਸਕਦੀਆਂ ਨੇ ਤੇ ਨਾ ਹੀ ਮੰਨਣੀਆਂ ਚਾਹੀਦੀਆਂ ਨੇ, ਪਰ ਜਿੰਨੀਆਂ ਕੁ ਯੋਗ ਇੱਛਾਵਾਂ ਕਿਸੇ ਦੀਆਂ ਪੂਰੀਆਂ ਕੀਤੀਆਂ ਜਾ ਸਕਣ, ਸੌਖੀਆਂ ਬਹੁਤੀਆਂ ਔਖੀਆਂ ਹੋ ਕੇ ਨਹੀਂ, ਪੁੱਠੇ ਲਟਕ ਕੇ ਨਹੀਂ, ਉਹ ਕਰ ਦੇਣ ਨਾ। ਜੇ ਸਾਨੂੰ ਨੁਕਸਾਨ ਨਾ ਹੁੰਦਾ ਹੋਵੇ ਤੇ ਸਾਡੇ ਪਰਿਵਾਰ ਦਾ ਜੀ ਕੋਈ ਖੁਸ਼ ਹੁੰਦਾ ਹੋਵੇ, ਸੱਜਣ ਮਿੱਤਰ ਖੁਸ਼ ਹੁੰਦਾ ਹੋਵੇ, ਤੇ ਆਪਾਂ ਨੂੰ ਨੁਕਸਾਨ ਕੀ? ਇਹ ਕਰਕੇ ਵੇਖੋ, ਫਿਰ ਹਫ਼ਤੇ 10 ਦਿਨਾਂ ਦੇ ਵਿੱਚ ਹੌਲੀ ਹੌਲੀ ਸਭ ਦੇ ਸੁਭਾਅ ਸਮਝੋ, ਲਿਖੋ, ਫਿਰ ਇਹਨੂੰ ਆਪਣੇ ਜੀਵਨ ਦੇ ਵਿੱਚ ਢਾਲੋ, ਤੇ ਫਿਰ ਜੇ ਕੋਈ ਨੁਕਸਾਨ ਹੋਏਗਾ ਤਾਂ ਮੈਨੂੰ ਦੱਸ ਦਿਓ, ਜੇ ਲਾਭ ਹੋਏਗਾ ਤਾਂ ਫਿਰ ਚੁੱਪ ਕਰਕੇ ਬਾਂਹ ਸਰਾਣੇ ਧਰ ਕੇ ਸੌਂ ਜਿਓ ਜੇ, ਕਿਉਂਕਿ ਕਲੇਸ਼ ਮਿਟ ਗਿਆ ਤਾਂ ਨੀਂਦ ਚੰਗੀ ਆਉਂਦੀ ਹੈ ਨਾ। ਜਦੋਂ ਕਲੇਸ਼ ਹੋਇਆ ਹੋਵੇ ਘਰ ਦੇ ਵਿੱਚ, ਫਿਰ ਨੀਂਦ ਨੂੰ ਕੋਈ ਨਹੀਂ ਆਉਂਦੀ। ਇਸ ਕਰਕੇ ਗੁਰੂ ਚਰਨੀ ਲੱਗਣ ਦਾ ਮਤਲਬ ਇਹ ਹੈ, ਧਰਮੀ ਬਣਨ ਦਾ ਮਤਲਬ ਇਹ ਹੈ ਕਿ ਸਾਡਾ ਜੀਵਨ ਸੁਖੀ ਹੋਵੇ। ਇਹ ਜੀਵਨ ਤਾਂ ਸੁਖੀ ਹੋਏਗਾ ਜੇ ਗੁਰੂ ਕਾ ਬਚਨ ਮੰਨਾਂਗੇ। ਗੁਰੂ ਕਾ ਬਚਨ ਜਿਹੜਾ ਉਹ ਹੈਗਾ ਕਿ ਵਿਚਾਰਵਾਨ ਬਣੋ, ਵਿਵੇਕ ਬੁੱਧ ਸਭ ਜਗ ਮੈਂ ਨਿਰਮਲ, ਬੇਚਰ ਰਸ ਪੀਜੈ। ਸੋ ਆਪ ਵੀ ਵਿਚਾਰਵਾਨ ਬਣ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਚਾਰੋ ਕਿ ਅਸੀਂ ਦੁਖੀ ਕਿਉਂ ਆ, ਸੁਖੀ ਕਿਵੇਂ ਹੋਣਾ। ਤੇ ਜਿਹੜੀਆਂ ਬੇਨਤੀਆਂ ਮੈਂ ਕੀਤੀਆਂ ਨੇ, ਇਹ ਬੇਨਤੀਆਂ ਪ੍ਰਵਾਨ ਕਰੋ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਦੇ ਉੱਤੇ ਖੁਸ਼ੀਆਂ ਬਖਸ਼ਣ, ਆਪ ਜੀ ਨੂੰ ਹਰੇਕ ਤਰ੍ਹਾਂ ਸੁਖੀ ਕਰਨ। ਸਾਰੇ ਹੀ ਆਖੋ ਧੰਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ। ਫਿਰ ਆਖੋ ਧੰਨ ਸਤਿਗੁਰੂ ਰਾਮ ਸਿੰਘ ਜੀ। ਸਤਿ ਸ੍ਰੀ